हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਸੋਸ਼ਲ ਸਟੱਡੀ ਦੀ ਅਗਲੀ ਕਲਾਸ ਅਗਲੇ ਨਵੇਂ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਜੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ। ਬਾਕੀ ਇਸ ਤੋਂ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਨਵੇਂ ਪ੍ਰਸ਼ਨ ਉੱਤਰ। ਤਾਂ ਅਗਲਾ ਪ੍ਰਸ਼ਨ ਹੈ ਜੀ, ਸਰਵਉੱਚ ਅਦਾਲਤ ਦੀ ਪਹਿਲੀ ਮਹਿਲਾ ਜੱਜ ਕੌਣ ਸੀ? ਤਾਂ ਇਹ ਸੀਗੇ ਜੀ ਫਾਤਿਮਾ ਬੀਬੀ, ਜੋ ਸਰਵਉੱਚ ਅਦਾਲਤ ਦੀ ਪਹਿਲੀ ਮਹਿਲਾ ਜੱਜ ਸੀ। ਸੰਵਿਧਾਨ ਵਿੱਚ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਅਨੁਛੇਦ ਅਤੇ ਅਨੁਸੂਚੀਆਂ ਨੇ? ਸੋ ਵਰਤਮਾਨ ਦੇ ਵਿੱਚ 448 ਅਨੁਛੇਦ ਅਤੇ 12 ਅਨੁਸੂਚੀਆਂ ਨੇ। ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸੋਧ ਕਰਕੇ ਕਿਹੜੇ ਸ਼ਬਦ ਹੈ ਜਿਹੜੇ ਉਹ ਜੋੜੇ ਗਏ ਸੀ? ਤਾਂ ਇਹ ਸ਼ਬਦ ਸੀਗੇ ਪੰਥ ਨਿਰਪੇਖ, ਸਮਾਜਵਾਦੀ ਅਤੇ ਅਖੰਡਤਾ। ਇਹ ਤਿੰਨੋਂ ਸ਼ਬਦ ਸੀਗੇ ਜਿਹੜੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸੋਧ ਕਰਕੇ ਜੋੜੇ ਗਏ ਸੀ। ਰਾਜ ਦੀ ਕਾਰਜਪਾਲਿਕਾ ਸ਼ਕਤੀ ਕਿਸ ਦੇ ਵਿੱਚ ਮੌਜੂਦ ਹੁੰਦੀ ਹੈ? ਤਾਂ ਇਹ ਹੁੰਦੀ ਹੈ ਜੀ ਰਾਜਪਾਲ ਦੇ ਵਿੱਚ। ਕੈਬਨਿਟ ਮਿਸ਼ਨ ਯੋਜਨਾ ਅਨੁਸਾਰ ਸੰਵਿਧਾਨ ਸਭਾ ਵਿੱਚ ਕੁੱਲ ਕਿੰਨੇ ਮੈਂਬਰ ਹੈ ਜਿਹੜੇ ਹੋਣੇ ਸੀ? ਤਾਂ ਇਹ ਹੈ ਜੀ 399 ਮੈਂਬਰ। ਭਾਰਤੀ ਸਵਾਧੀਨਤਾ ਅਧਿਨਿਯਮ ਨੂੰ ਕਿਸ ਦਿਨ ਬ੍ਰਿਟਿਸ਼ ਸਮਰਾਟ ਦੀ ਮਨਜ਼ੂਰੀ ਹੈ ਜਿਹੜੀ ਉਹ ਮਿਲੀ ਸੀ? ਤਾਂ ਇਹ ਮਿਲੀ ਸੀ ਜੀ 18 ਜੁਲਾਈ 1947 ਨੂੰ। ਜਦ ਭਾਰਤ ਸੁਤੰਤਰ ਹੋਇਆ ਉਸ ਸਮੇਂ ਬ੍ਰਿਟੇਨ ਵਿੱਚ ਕਿਸ ਦਲ ਦੀ ਸਰਕਾਰ ਸੀ? ਤਾਂ ਉਸ ਸਮੇਂ ਲੇਬਰ ਪਾਰਟੀ ਦੀ ਸਰਕਾਰ ਸੀ ਜਦੋਂ ਭਾਰਤ ਆਜ਼ਾਦ ਹੋਇਆ ਸੀ ਬ੍ਰਿਟੇਨ ਦੇ ਵਿੱਚ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਾਡੇ ਦੇਸ਼ ਦਾ ਕਿਹੜਾ ਨਾਂ ਉਲੇਖਿਤ ਹੈ? ਤਾਂ ਇਹ ਹੈ ਜੀ ਭਾਰਤ, ਇੰਡੀਆ। ਪੰਚਾਇਤੀ ਚੋਣਾਂ ਕਰਵਾਉਣ ਲਈ ਫੈਸਲਾ ਜਿਹੜਾ ਕਿਸ ਦੇ ਦੁਆਰਾ ਲਿਆ ਜਾਂਦਾ ਹੈ? ਤਾਂ ਇਹ ਲਿਆ ਜਾਂਦਾ ਜੀ ਰਾਜ ਸਰਕਾਰਾਂ ਦੇ ਦੁਆਰਾ, ਯਾਨੀ ਕਿ ਸਟੇਟ ਦੀਆਂ ਸਰਕਾਰਾਂ ਦੇ ਦੁਆਰਾ। 79ਵੀਂ ਸੰਵਿਧਾਨਕ ਸੋਧ ਕਿਸ ਨਾਲ ਸੰਬੰਧਿਤ ਹੈ? ਤਾਂ ਇਹ ਸੰਬੰਧਿਤ ਹੈ ਜੀ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਨੂੰ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੇ ਵਿੱਚ ਰਾਖਵਾਂਕਰਨ ਤੋਂ। 79ਵੀਂ ਸੰਵਿਧਾਨਕ ਸੋਧ ਹੈ ਜਿਹੜੀ ਸੰਬੰਧਿਤ ਹੈ। ਸੰਵਿਧਾਨ ਸਭਾ ਤੋਂ ਮੁਸਲਿਮ ਲੀਗ ਦੇ ਬਾਈਕਾਟ ਦਾ ਮੁੱਖ ਕਾਰਨ ਕੀ ਸੀ? ਤਾਂ ਮੁਸਲਿਮ ਲੀਗ ਮੁਸਲਮਾਨਾਂ ਲਈ ਇੱਕ ਅਲੱਗ ਤੋਂ ਸੰਵਿਧਾਨ ਸਭਾ ਹੈ ਜਿਹੜੀ ਉਹ ਚਾਹੁੰਦੀ ਸੀ। ਇਹੀ ਕਾਰਨ ਸੀਗਾ ਸੰਵਿਧਾਨ ਸਭਾ ਤੋਂ ਮੁਸਲਿਮ ਲੀਗ ਦੇ ਬਾਈਕਾਟ ਦਾ ਜਿਹੜਾ ਮੁੱਖ ਕਾਰਨ ਬਣਿਆ ਸੀ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਵਰਣਿਤ ਲੋਕਤੰਤਰ ਨੂੰ ਕਿਸ ਰੂਪ ਦੇ ਵਿੱਚ ਸਵੀਕਾਰ ਕੀਤਾ ਗਿਆ ਹੈ? ਤਾਂ ਇਹ ਕੀਤਾ ਗਿਆ ਜੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਲੋਕਤੰਤਰ ਦੇ ਰੂਪ ਦੇ ਵਿੱਚ। ਭਾਰਤ ਦੇ ਪ੍ਰਥਮ ਰਾਸ਼ਟਰਪਤੀ ਦੇ ਰੂਪ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਦਾ ਨਿਰਵਾਚਨ ਕਿਸ ਨੇ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ ਸੰਵਿਧਾਨ ਸਭਾ ਨੇ। ਭਾਰਤ ਦੇ ਪਹਿਲੇ ਰਾਸ਼ਟਰਪਤੀ ਹੋਏ ਨੇ ਡਾਕਟਰ ਰਾਜਿੰਦਰ ਪ੍ਰਸਾਦ, ਸੋ ਇਹ ਜ਼ਰੂਰ ਰੱਖਣਾ। ਅਗਲਾ ਪ੍ਰਸ਼ਨ ਹੈ, ਉਦੇਸ਼ ਪ੍ਰਸਤਾਵ ਵਿੱਚ ਵਰਣਿਤ ਵਿਚਾਰਾਂ ਨੂੰ ਸੰਵਿਧਾਨ ਸਭਾ ਨੇ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਸਥਾਨ ਦਿੱਤਾ ਹੈ? ਤਾਂ ਇਹ ਦਿੱਤਾ ਹੈ ਜੀ ਪ੍ਰਸਤਾਵਨਾ ਦੇ ਵਿੱਚ। ਮੌਲਿਕ ਅਧਿਕਾਰਾਂ ਦੀ ਸੁਰੱਖਿਆ ਲਈ ਅਦਾਲਤ ਕਿੰਨੇ ਤਰ੍ਹਾਂ ਦੇ ਲੇਖ ਹੈ ਜਿਹੜੇ ਉਹ ਜਾਰੀ ਕਰ ਸਕਦੀ ਹੈ? ਤਾਂ ਇਹ ਕਰ ਸਕਦੀ ਹੈ ਜੀ 5 ਪ੍ਰਕਾਰ ਦੇ। ਕਿਸ ਸਮਿਤੀ ਦੀ ਸਿਫਾਰਸ਼ਾਂ ਦੇ ਆਧਾਰ 'ਤੇ ਸੰਵਿਧਾਨ ਵਿੱਚ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਪ੍ਰਾਵਧਾਨਾਂ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈ? ਤਾਂ ਇਹ ਕੀਤੀ ਗਈ ਹੈ ਜੀ ਸਵਰਨ ਸਿੰਘ ਸਮਿਤੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ। ਮੌਲਿਕ ਕਰਤੱਵਾਂ ਨਾਲ ਸੰਬੰਧਿਤ ਸੰਵਿਧਾਨ ਦੇ ਵਿੱਚ ਜਿਹੜਾ ਪ੍ਰਾਵਧਾਨਾਂ ਦੀ ਵਿਵਸਥਾ ਹੈ ਉਹ ਕੀਤੀ ਗਈ ਹੈ ਸਵਰਨ ਸਿੰਘ ਸਮਿਤੀ ਦੀ ਸਿਫਾਰਸ਼ਾਂ ਦੇ ਆਧਾਰ 'ਤੇ। ਸੰਵਿਧਾਨ ਦੇ ਅਨੁਛੇਦ 72(1) ਈਡੀ
ਦੀ ਵਿਵਸਥਾ ਅਨੁਸਾਰ ਕੌਣ ਫਾਂਸੀ ਨੂੰ ਮਾਫ਼ ਕਰ ਸਕਦਾ ਹੈ? ਤਾਂ ਉਹ ਹੈ ਜੀ ਕੇਵਲ ਰਾਸ਼ਟਰਪਤੀ। ਦਲ ਬਦਲ ਨਾਲ ਸੰਬੰਧਿਤ ਕਿਸੇ ਵਿਵਾਦ 'ਤੇ ਅੰਤਿਮ ਫੈਸਲਾ ਕਿਸ ਦਾ ਹੁੰਦਾ ਹੈ? ਤਾਂ ਇਹ ਹੁੰਦਾ ਹੈ ਜੀ ਸਦਨ ਦੇ ਪ੍ਰਧਾਨ ਜਾਂ ਫਿਰ ਸਭਾਪਤੀ ਦਾ। ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਸਮਵਰਤੀ ਸੂਚੀ ਕਿਸ ਦੇਸ਼ ਦੇ ਸੰਵਿਧਾਨ ਦੇ ਆਧਾਰ 'ਤੇ ਜਿਹੜੀ ਉਹ ਸ਼ਾਮਲ ਕੀਤੀ ਗਈ ਹੈ? ਯਾਨੀ ਕਿ ਸਮਵਰਤੀ ਸੂਚੀ ਹੈ ਜਿਹੜੀ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਤਾਂ ਇਹ ਲਈ ਗਈ ਹੈ ਜੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਅਨੁਸੂਚਿਤ ਖੇਤਰਾਂ ਦੇ ਪ੍ਰਸ਼ਾਸਨ ਨਾਲ ਸੰਬੰਧਿਤ ਪ੍ਰਵਿਧਾਨ ਯਾਨੀ ਕਿ ਵਿਵਸਥਾ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਦਿੱਤੇ ਗਏ ਨੇ? ਤਾਂ ਇਹ ਦਿੱਤੇ ਗਏ ਨੇ ਜੀ 5ਵੀਂ ਅਨੁਸੂਚੀ ਦੇ ਵਿੱਚ। ਭਾਰਤ ਸਰਕਾਰ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਕੰਮਾਂ ਦੀ ਵੰਡ ਕੌਣ ਕਰਦਾ ਹੈ? ਤਾਂ ਇਹ ਕਰਦਾ ਹੈ ਜੀ ਮੰਤਰੀ ਮੰਡਲ ਸਕੱਤਰੇਤ। ਭਾਰਤ ਸਰਕਾਰ ਨੇ 1956 ਵਿੱਚ ਸੰਵਿਧਾਨ ਦੇ ਕਿਸ ਸੰਸ਼ੋਧਨ ਦੁਆਰਾ ਜੰਮੂ ਕਸ਼ਮੀਰ ਰਾਜ ਨੂੰ ਭਾਰਤ ਦਾ ਪ੍ਰਾਂਤ ਬਣਾਇਆ? ਤਾਂ ਇਹ ਬਣਾਇਆ ਜੀ 7ਵੇਂ ਸੰਵਿਧਾਨਕ ਸੰਸ਼ੋਧਨ ਦੇ ਦੁਆਰਾ। 1956 ਦੇ ਵਿੱਚ ਭਾਰਤ ਸਰਕਾਰ ਨੇ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਾਂਤ ਬਣਾਇਆ ਸੀਗਾ 7ਵੀਂ ਸੰਵਿਧਾਨਕ ਸੋਧ ਦੇ ਤਹਿਤ। ਅਗਲਾ ਪ੍ਰਸ਼ਨ ਹੈ ਨਿਯੰਤਰਕ ਅਤੇ ਮਹਾਲੇਖਾ ਪਰੀਖਕ ਦੇ ਵੇਤਨ ਆਦਿ ਕਿਸ ਅਦਾਲਤ ਦੇ ਜੱਜਾਂ ਦੇ ਵੇਤਨ ਦੇ ਬਰਾਬਰ ਰੱਖੇ ਗਏ ਨੇ? ਤਾਂ ਇਹ ਰੱਖੇ ਗਏ ਨੇ ਜੀ ਉੱਚਤਮ ਅਦਾਲਤ ਦੇ ਜੱਜਾਂ ਦੇ। ਦੇਸ਼ ਵਿੱਚ ਕੇਵਲ 2 ਸੰਘ ਰਾਜ ਖੇਤਰਾਂ ਵਿੱਚ ਵਿਧਾਨ ਸਭਾਵਾਂ ਹਨ। ਇਹ ਸੰਘ ਰਾਜ ਖੇਤਰ ਕਿਹੜੇ-ਕਿਹੜੇ ਨੇ? ਤਾਂ ਇਹ ਨੇ ਜੀ ਦਿੱਲੀ ਅਤੇ ਪਾਂਡੀਚੇਰੀ ਜਾਂ ਪੌਂਡੀਚੇਰੀ। ਜੰਮੂ ਕਸ਼ਮੀਰ ਰਾਜ ਦੀ ਵਿਧਾਨ ਸਭਾ ਵਿੱਚ ਰਾਜਪਾਲ ਕਿੰਨੀਆਂ ਮਹਿਲਾਵਾਂ ਨੂੰ ਨਾਮਜ਼ਦ ਕਰਦਾ ਹੈ? ਤਾਂ ਇਹ ਕਰਦਾ ਜੀ ਮਾਤਰ 2 ਮਹਿਲਾਵਾਂ ਨੂੰ। ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੁਆਰਾ ਬੇਕਾਰ ਅਤੇ ਬਲਾਤ ਮਿਹਨਤ ਨੂੰ ਮਨ੍ਹਾ ਕੀਤਾ ਗਿਆ ਹੈ? ਤਾਂ ਇਹ ਕੀਤਾ ਗਿਆ ਜੀ ਅਨੁਛੇਦ 23 ਦੇ ਦੁਆਰਾ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਪ੍ਰਯੁਕਤ ਕਿਸ ਸ਼ਬਦ ਦਾ ਅਰਥ ਹੈ ਕਿ ਭਾਰਤ ਦਾ ਰਾਜ ਪ੍ਰਧਾਨ ਵੰਸ਼ਾਨੁਗਤ ਨਹੀਂ ਹੋਵੇਗਾ? ਤਾਂ ਇਹ ਹੈ ਜੀ ਗਣਤੰਤਰ। ਅਗਲਾ ਪ੍ਰਸ਼ਨ ਹੈ ਭਾਰਤ ਦੇ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਸਰਵਉੱਚ ਅਦਾਲਤ ਦੇ ਜੱਜਾਂ ਦੇ ਮਹਾਂਦੋਸ਼ ਚਲਾਉਣ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈ? ਤਾਂ ਇਹ ਕੀਤੀ ਗਈ ਹੈ ਜੀ ਅਨੁਛੇਦ 1924। ਅਨੁਛੇਦ 1924 ਦੇ ਵਿੱਚ ਜਿਹੜਾ ਸਰਵਉੱਚ ਅਦਾਲਤ ਦੇ ਜੱਜਾਂ 'ਤੇ ਮਹਾਂਦੋਸ਼ ਆਪਾਂ ਜਿਹੜਾ ਲਗਾ ਸਕਦੇ ਇਸ 'ਤੇ ਵਿਵਸਥਾ ਕੀਤੀ ਗਈ ਹੈ। ਭਾਰਤ ਦਾ ਸੰਸਦੀ ਪ੍ਰਜਾਤੰਤਰ ਕਿਸ ਦੇਸ਼ ਤੋਂ ਪ੍ਰਭਾਵਿਤ ਹੈ? ਤਾਂ ਇਹ ਪ੍ਰਭਾਵਿਤ ਹੈ ਜੀ ਬ੍ਰਿਟੇਨ ਤੋਂ। ਅਗਲਾ ਪ੍ਰਸ਼ਨ ਹੈ ਜੰਮੂ ਕਸ਼ਮੀਰ ਭਾਰਤ ਸੰਘ ਦਾ ਇੱਕਮਾਤਰ ਅਜਿਹਾ ਰਾਜ ਹੈ ਜਿਸ ਦਾ ਅਲੱਗ ਸੰਵਿਧਾਨ ਹੈ। ਇਹ ਸੰਵਿਧਾਨ ਕਿਸ ਸਾਲ ਸਵੀਕਾਰ ਅਤੇ ਲਾਗੂ ਕੀਤਾ ਗਿਆ ਸੀ? ਬਲਕਿ ਹੁਣ ਤਾਂ ਧਾਰਾ 370 ਹੈ ਜੋ ਹਟਾ ਦਿੱਤੀ ਹੈ। ਇਹ ਲਾਗੂ ਅਤੇ ਸਵੀਕਾਰ ਕੀਤਾ ਗਿਆ ਸੀ 1957 ਦੇ ਵਿੱਚ। ਭਾਰਤੀ ਸੰਵਿਧਾਨ ਦੀ ਸਰਵਉੱਚ ਪ੍ਰਕਿਰਤੀ ਕਿਹੜੀ ਹੈ? ਤਾਂ ਇਹ ਹੈ ਜੀ ਇਕਾਤਮਕ ਲੱਛਣਾਂ ਤੋਂ ਯੁਕਤ ਸੰਘਾਤਮਕ ਜੋ ਭਾਰਤ ਦੀ ਸਰਵਉੱਚ ਪ੍ਰਕਿਰਤੀ ਹੈ। 1953 ਵਿੱਚ ਗਠਿਤ ਰਾਜ ਪੁਨਰਗਠਨ ਆਯੋਗ ਦੇ ਪ੍ਰਧਾਨ ਕੌਣ ਸਨ? ਤਾਂ ਉਹ ਸੀਗੇ ਜੀ ਨਿਆਮੂਰਤੀ ਫਜ਼ਲ ਅਲੀ। ਪ੍ਰਾਣ ਅਤੇ ਦੈਹਿਕ ਸੁਤੰਤਰਤਾ ਦਾ ਆਕਰਸ਼ਣ ਕਿਸ ਅਨੁਛੇਦ ਦੇ ਤਹਿਤ ਪ੍ਰਾਪਤ ਹੋਇਆ ਜਾਂ ਪ੍ਰਾਪਤ ਹੈ? ਤਾਂ ਇਹ ਹੈ ਜੀ ਅਨੁਛੇਦ 21 ਦੇ ਤਹਿਤ। ਭਾਰਤ ਸਰਕਾਰ ਨੇ 1956 ਵਿੱਚ ਸੰਵਿਧਾਨ ਦੇ ਕਿਸ ਸੋਧ ਦੁਆਰਾ ਜੰਮੂ ਕਸ਼ਮੀਰ ਰਾਜ ਨੂੰ ਭਾਰਤ ਦਾ ਪ੍ਰਾਂਤ ਬਣਾਇਆ?
ਤਾਂ ਇਹ ਬਣਾਇਆ ਸੀਗਾ ਜੀ 7ਵੀਂ ਸੰਵਿਧਾਨਕ ਸੋਧ ਦੇ ਤਹਿਤ। 1956 ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਨੂੰ ਭਾਰਤ ਰਾਜ ਦਾ ਪ੍ਰਾਂਤ ਬਣਾਇਆ ਸੀਗਾ। 7ਵੀਂ ਸੰਵਿਧਾਨਕ ਸੋਧ ਸੀ ਅਤੇ ਇਹਨੂੰ ਸਵੀਕਾਰ ਕੀਤਾ ਗਿਆ ਸੀਗਾ ਜਿਹੜਾ 1957 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 1951 ਦੇ ਵਿੱਚ ਭਾਰਤੀ ਜਨਸੰਘ ਦੇ ਰੂਪ ਵਿੱਚ ਕਿਸ ਦੀ ਅਗਵਾਈ ਵਿੱਚ ਹੋਈ ਸੀ? ਤਾਂ ਇਹ ਹੋਈ ਸੀ ਜੀ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅਗਵਾਈ ਦੇ ਵਿੱਚ। ਸੋ ਇਹਦੇ ਵਿੱਚ ਕੁਐਸਚਨ ਬਣਦੇ ਹੈ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ? 1951 ਦੇ ਵਿੱਚ। ਕਿਹਦੀ ਅਗਵਾਈ ਵਿੱਚ ਹੋਈ ਸੀ? ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅਗਵਾਈ ਦੇ ਵਿੱਚ। ਕਿਸੇ ਮੈਂਬਰ ਦੁਆਰਾ ਸਰਕਾਰ ਦੀ ਵਿਸ਼ੇਸ਼ ਨੀਤੀਆਂ ਜਾਂ ਕਾਰਵਾਈਆਂ ਦੀ ਆਲੋਚਨਾ ਦੇ ਉਦੇਸ਼ ਤੋਂ ਲਏ ਗਏ ਪ੍ਰਸਤਾਵ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹਨੂੰ ਕਿਹਾ ਜਾਂਦਾ ਹੈ ਜੀ ਨਿੰਦਾ ਪ੍ਰਸਤਾਵ। ਭਾਰਤੀ ਸੰਵਿਧਾਨ ਦੇ ਪ੍ਰਵਰਤਨ ਦੇ ਬਾਅਦ ਸਭ ਤੋਂ ਪਹਿਲਾਂ ਰਾਸ਼ਟਰਪਤੀ ਸ਼ਾਸਨ ਕਿਸ ਰਾਜ ਦੇ ਵਿੱਚ ਲਾਗੂ ਕੀਤਾ ਗਿਆ? ਤਾਂ ਇਹ ਕੀਤਾ ਗਿਆ ਸੀਗਾ ਜੀ ਪੈਪਸੂ ਰਾਜ ਦੇ ਵਿੱਚ, ਜੋ ਹੁਣ ਪੰਜਾਬ ਦੇ ਵਿੱਚ ਹੈ। ਭਾਰਤੀ ਸੰਵਿਧਾਨ ਵਿੱਚ ਏਕਲ ਨਾਗਰਿਕਤਾ ਦਾ ਪ੍ਰਾਵਧਾਨ ਯਾਨੀ ਕਿ ਵਿਵਸਥਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਸੀ? ਤਾਂ ਇਹ ਲਿਆ ਗਿਆ ਸੀਗਾ ਜੀ ਬ੍ਰਿਟੇਨ ਤੋਂ, ਇਕਹਿਰੀ ਨਾਗਰਿਕਤਾ। ਰਾਜ ਭਾਸ਼ਾ ਆਯੋਗ ਦੇ ਪ੍ਰਥਮ ਪ੍ਰਧਾਨ ਕੌਣ ਸਨ? ਤਾਂ ਉਹ ਸੀਗੇ ਜੀ VG ਖਰੇ। ਭਾਰਤੀ ਸੰਵਿਧਾਨ ਵਿੱਚ ਲੋਕ ਸੇਵਾ ਆਯੋਗ ਦੀ ਵਿਵਸਥਾ ਕੀਤੀ ਗਈ, ਕਿਹੜੇ ਅਨੁਛੇਦ ਦੇ ਤਹਿਤ ਕੀਤੀ ਗਈ ਸੀ? ਤਾਂ ਇਹ ਕੀਤੀ ਗਈ ਸੀ ਜੀ ਅਨੁਛੇਦ 315 ਦੇ ਤਹਿਤ। ਸੰਵਿਧਾਨ ਦੀ 11ਵੀਂ ਅਨੁਸੂਚੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਸ਼ਾਮਲ ਕੀਤੇ ਵਿਸ਼ਿਆਂ ਦੀ ਗਿਣਤੀ ਕਿੰਨੀ ਹੈ? ਤਾਂ ਇਹ ਗਿਣਤੀ ਹੈ ਜੀ 29। ਸੁਤੰਤਰ ਭਾਰਤ ਵਿੱਚ ਰਾਜ ਸਭਾ ਦੇ ਪ੍ਰਥਮ ਸਭਾਪਤੀ ਕੌਣ ਸਨ? ਤਾਂ ਇਹ ਸੀਗੇ ਜੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ। ਭਾਰਤੀ ਸੰਘ ਦਾ ਰਾਸ਼ਟਰਪਤੀ ਕਿਸ ਦੀ ਸਲਾਹ ਤੇ ਕੰਮ ਕਰਦਾ ਹੈ? ਤਾਂ ਇਹ ਕਰਦਾ ਜੀ ਪ੍ਰਧਾਨ ਮੰਤਰੀ ਦੀ ਸਲਾਹ ਤੇ। ਕਿਸ ਸੰਵਿਧਾਨਕ ਸੋਧ ਦੁਆਰਾ ਇਹ ਤੈਅ ਕੀਤਾ ਗਿਆ ਸੀਗਾ ਕਿ ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਰਾਏ ਮੰਨਣ ਲਈ ਵਿਸ਼ੇਸ਼ ਹੈ ਜਿਹੜਾ ਹੋਵੇਗਾ ਜਾਂ ਭਵਿੱਖ ਹੈ ਜਿਹੜਾ ਹੋਵੇਗਾ? ਤਾਂ ਇਹ ਸੋਧ ਸੀ ਜੀ 42ਵੀਂ ਸੋਧ ਦੇ ਦੁਆਰਾ। ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਅੰਤਰਿਮ ਸਰਕਾਰ ਦਾ ਗਠਨ ਕਦੋਂ ਕੀਤਾ ਗਿਆ? ਤਾਂ ਇਹ ਕੀਤਾ ਗਿਆ ਸੀਗਾ ਸਤੰਬਰ 1946 ਦੇ ਵਿੱਚ। ਰਾਸ਼ਟਰਪਤੀ ਕਿੰਨੇ ਐਂਗਲੋ ਇੰਡੀਅਨ ਮੈਂਬਰ ਲੋਕ ਸਭਾ ਦੇ ਵਿੱਚ ਨਿਯੁਕਤ ਕਰ ਸਕਦਾ ਹੈ? ਤਾਂ ਇਹ ਕਰ ਸਕਦਾ ਹੈ ਜੀ 2। ਸਰਵਉੱਚ ਅਦਾਲਤ ਦੇ ਜੱਜਾਂ ਦੀ ਰਿਟਾਇਰ ਦੀ ਉਮਰ ਕਿੰਨੀ ਨਿਰਧਾਰਤ ਕੀਤੀ ਗਈ ਹੈ? ਤਾਂ ਇਹ ਕੀਤੀ ਗਈ ਹੈ ਜੀ 65 ਸਾਲ। ਭਾਰਤ ਦੇ ਕਿਸ ਰਾਸ਼ਟਰਪਤੀ ਦੀ ਚੋਣ ਆਮ ਸਹਿਮਤੀ ਤੋਂ ਹੋਈ ਸੀਗੀ? ਤਾਂ ਉਹ ਸੀਗੇ ਜੀ ਨੀਲਮ ਸੰਜੀਵ ਰੈਡੀ। ਕੋਈ ਕੇਂਦਰੀ ਮੰਤਰੀ ਕਦੋਂ ਲੋਕ ਸਭਾ ਦੇ ਵਿੱਚ ਮਤਦਾਨ ਦਾ ਅਧਿਕਾਰ ਨਹੀਂ ਹੁੰਦਾ? ਤਾਂ ਹੁੰਦਾ ਜਦੋਂ ਲੋਕ ਸਭਾ ਦਾ ਮੈਂਬਰ ਨਾ ਹੋਵੇ, ਤਾਂ ਉਸ ਨੂੰ ਉਹ ਹੈ ਜਿਹੜਾ ਲੋਕ ਸਭਾ ਦੇ ਵਿੱਚ ਮਤਦਾਨ ਦਾ ਅਧਿਕਾਰੀ ਨਹੀਂ ਹੁੰਦਾ। ਸੰਵਿਧਾਨ ਅਨੁਸਾਰ ਕੇਂਦਰੀ ਮੰਤਰੀ ਮੰਡਲ ਵਿੱਚ ਵੱਧੋ ਵੱਧ ਕਿੰਨੇ ਮੈਂਬਰ ਹੋ ਸਕਦੇ ਨੇ? ਤਾਂ ਇਹਦੇ ਵਿੱਚ ਜਿਹੜੀ ਕੋਈ ਵੀ ਸੰਬੰਧੀ ਕਿਸੇ ਵੀ ਸੀਮਾ ਦਾ ਉਲੇਖ ਹੈ ਜਿਹੜਾ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਦੇ ਮੰਤਰੀ ਵਿਵਹਾਰਕ ਅਤੇ ਸੰਵਿਧਾਨਕ ਰੂਪ ਤੋਂ ਕਿਸ ਦੇ ਕਿਰਪਾ ਪਾਤਰ ਆਪਣਾ ਅਹੁਦਾ ਗ੍ਰਹਿਣ ਕਰਦੇ ਨੇ? ਤਾਂ ਇਹ ਕਰਦੇ ਨੇ ਜੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ। ਨਾਗਰਿਕਾਂ ਦੇ ਮੂਲ ਕਰਤੱਵ ਸੰਵਿਧਾਨ ਦੇ ਵਿੱਚ ਕਿੱਥੇ ਦਿੱਤੇ ਗਏ ਨੇ? ਮੂਲ ਯਾਨੀ ਕਿ ਮੌਲਿਕ।
ਤਾਂ ਇਹ ਦਿੱਤੇ ਗਏ ਨੇ ਜੀ ਸੰਵਿਧਾਨ ਦੇ ਭਾਗ ਚੌਥੇ ਏ ਦੇ ਵਿੱਚ। ਸੰਵਿਧਾਨ ਦੇ ਅੰਤਰਗਤ ਮੂਲ ਅਧਿਕਾਰਾਂ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਤਾਂ ਇਹ ਹੁੰਦੀ ਹੈ ਜੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਜਲਦੀ ਤੁਹਾਨੂੰ ਹਿਸਟਰੀ, ਜੀਓਗ੍ਰਾਫੀ ਅਤੇ ਪੋਲੀਟੀਕਲ ਸਾਇੰਸ ਦੇ MCQ ਕੁਐਸਚਨ ਜਿਹੜੇ ਉਹ ਸਟਾਰਟ ਕਰਾਂਗੇ। ਫਿਲਹਾਲ ਕੁਝ ਭਾਗ ਤੁਹਾਨੂੰ ਇਹਨਾਂ ਪ੍ਰਸ਼ਨਾਂ 'ਤੇ ਜਿਹੜੇ ਅਸੀਂ ਪ੍ਰੋਵਾਈਡ ਕਰਾਂਗੇ, ਕਿਉਂਕਿ ਇਹ ਕੁਐਸਚਨ ਹੈ ਜਿਹੜੇ ਮੋਸਟ ਇੰਪੋਰਟੈਂਟ ਨੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਆ ਕਰੋ। ਬਾਕੀ ਜੋ ਚੈਨਲ 'ਤੇ ਪਹਿਲੀ ਵਾਰ ਆਏ ਨੇ ਤਾਂ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ, ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਹੈ ਜਿਹੜੀ ਮਿਲਦੀ ਰਹੇ। ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਰੀਡ ਕਰ ਸਕਦੇ ਨੇ। ਜੋ ਵੀ ਇਹਨਾਂ ਨੋਟਸਾਂ ਦੇ PDF ਡਾਊਨਲੋਡ ਕਰਨਾ ਚਾਹੁੰਦੇ ਨੇ ਤਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਈਟ ਦਾ ਲਿੰਕ ਦਿੱਤਾ ਗਿਆ ਹੈ, ਤਾਂ ਲਿੰਕ 'ਤੇ ਓਪਨ ਕਰ ਲਿਓ, ਸਾਈਟ ਖੁੱਲ੍ਹ ਜਾਏਗੀ। ਸਾਰੇ ਨੋਟਸ ਉੱਥੇ ਅਵੇਲੇਬਲ ਨੇ। ਜੋ ਵੀ ਜਿਸ ਵੀ ਟੌਪਿਕ 'ਤੇ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਨੋਟਸ ਹੈ ਜਿਹੜੇ ਆਪਣੇ PDF ਨੋਟਸ ਹੈ ਡਾਊਨਲੋਡ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।